इस भाई का नाम साहिल है और 29 साल इनकी उम्र है और ये गुरदासपुर के रहने वाले हैं। 6 साल पहले इस भाई को रीढ़ की हड्डी में टीबी का रोग हो गया था। बदर आप खुद बताएं कि 6 साल पहले जब टीबी शुरू हुई आपके रीढ़ की हड्डी में, तो कैसे आपको पता चला, क्या क्या प्रॉब्लम्स आपको आनी शुरू हुई थी उस समय? जब पहले टीवी शुरू हुई थी तो ਲੱਤਾਂ ਜਿਹੜੀਆਂ ਸੀਗੀਆਂ ਬਿਲਕੁਲ ਹੀ ਸੁੰਨ ਹੋ ਗਈਆਂ ਸੀਗੀਆਂ ਤੇ ਪਤਾ ਨਹੀਂ ਚੱਲਦਾ ਕੁਝ ਵੀ। ਤੇ ਮੇਰੇ ਬ੍ਰਦਰ ਵੀ ਮੈਡੀਕਲ ਲਾਈਨ 'ਚ ਸੀਗੇ, ਉਹਨਾਂ ਨੇ ਲੱਤਾਂ ਨੂੰ ਚੈੱਕ ਕੀਤਾ, ਕਾਫੀ ਸੂਈਆਂ ਵਗੈਰਾ ਲਗਾਈਆਂ, ਲੇਕਿਨ ਬਿਲਕੁਲ ਵੀ ਨਹੀਂ ਚੱਲਦੀਆਂ ਕਿਉਂਕਿ ਸੁੰਨ ਹੋ ਗਈਆਂ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਦਿਖਾਉਣਾ ਸ਼ੁਰੂ ਕੀਤਾ ਡਾਕਟਰਾਂ ਨੂੰ ਤੇ ਡਾਕਟਰ ਕੁਝ ਤਾਂ ਕਹਿੰਦੇ ਸੀਗੇ ਗੋਲਾ ਪਏਗਾ ਨਵਾਂ ਕਿ ਚੂਲਾ ਘਸ ਗਿਆ ਹੈ। मतलब आपकी दोनों टांगे जो थी उस समय पूरी तरह से रुक गई थी। हाँ जी, हाँ और आप जी। पूरी तरह बेड के ऊपर चले गए थे। हाँ जी, हाँ जी। टॉयलेट बाथरूम भी सब कुछ बेड के ऊपर ही था आपका। हाँ जी। और बेड के ऊपर ही लेटे रहते थे, पूरी तरह टांगे सुन्न हो चुकी थी। हाँ कुछ जी। भी टांगों के ऊपर महसूस नहीं होता था। हाँ जी, हाँ जी। कैसे चेक करते थे आपको उस समय फिर? ਮੇਰੇ ਬ੍ਰਦਰ ਨੇ ਚੈੱਕ ਕੀਤਾ ਸੀ, ਸੀਜ਼ਰ ਮਾਰੀ ਸੀ ਤੇ ਉਹ ਬਿਲਕੁਲ ਹੀ ਸੋਨੇ ਸੀਗੀਆਂ, ਮਹਿਸੂਸ ਨਹੀਂ ਹੁੰਦਾ ਉਸ ਟਾਈਮ। ਲਾਸਟ ਟਾਈਮ ਫਿਰ ਮੈਨੂੰ ਉਹਨਾਂ ਨੇ ਡਾਕਟਰਾਂ ਕੋਲ ਦਿਖਾਉਣਾ ਸ਼ੁਰੂ ਕਰਤਾ ਤੇ ਥੋੜਾ ਮੈਡੀਸਿਨ ਨਾਲ ਫਰਕ ਪਿਆ, ਲੇਕਿਨ ਉਹ ਜਿਹਾ ਮਤਲਬ ਵੀ ਪ੍ਰੋਬਲਮ ਰਹਿੰਦੀ ਸੀ। ਸਪਾਈਨ 'ਚ ਬਹੁਤ ਹੀ ਦਰਦ ਹੁੰਦੀ, ਨਾ ਤਾਂ ਖੜਾ ਹੋਇਆ ਜਾਂਦਾ ਸੀਗਾ, ਕੰਮਕਾਰ ਵੀ ਕੁਝ ਨਹੀਂ ਸੀਗਾ ਹੁੰਦਾ ਤੇ ਬਹੁਤ ਔਖਾ ਸੀਗਾ ਮੈਂ ਤੇ और फिर जब उसके बाद आपने बोन स्पेशलिस्ट डॉक्टर को, हड्डियों के स्पेशलिस्ट डॉक्टर के पास जाकर चेकअप करवाया, एमआरआई हुई आपकी, तो क्या बताया डॉक्टर ने फिर? ਫਿਰ ਪਤਾ ਲੱਗਾ ਕਿ ਸਪਾਈਨ ਦੀ ਟੀਵੀ ਆ, ਤਾਂ ਫਿਰ ਟੀਵੀ ਦੀ ਵੀ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਤਾਂ ਉਸ ਤੋਂ ਬਾਅਦ ਜਦੋਂ ਇਲਾਜ ਕਰਵਾਇਆ ਟੀਵੀ ਦਾ ਤਾਂ ਆਪਰੇਸ਼ਨ ਕਰਵਾ ਕੇ ਉਹਨਾਂ ਨੇ ਬੋਲਿਆ ਕਿ ਬਹੁਤ ਰਿਸਕ ਵਾ, ਜੇ ਇਹਦਾ ਆਪਰੇਸ਼ਨ ਸਕਸੈਸ ਹੋ ਗਿਆ ਤਾਂ ਚੱਲੇਗਾ ਤੇ ਜੇ ਨਹੀਂ ਤਾਂ ਔਖਾ ਹੋ ਸਕਦਾ। ਤੇ ਫਿਰ ਰੋਂਦੇ ਕਰਲਾਉਂਦਿਆਂ ਚਲੋ ਆਪਰੇਸ਼ਨ ਤਾਂ ਕਰਵਾਉਣਾ ਹੀ ਸੀਗਾ, ਤਾਂ ਆਪਰੇਸ਼ਨ ਕਰਵਾਇਆ। ਤਾਂ ਜਦ ਆਪਰੇਸ਼ਨ ਕਰਵਾ ਲਿਆ ਤਾਂ ਉਹ 10 ਕੁ ਦਿਨ ਬਾਅਦ ਛੁੱਟੀ ਦੇ ਦਿੱਤੀ, ਲੇਕਿਨ ਜਿਹੜੀ ਪੱਥ ਸੀਗੀ ਉਹ ਫਿਰ ਬਣਨੀ ਸ਼ੁਰੂ ਹੋ ਗਈ, ਜਾਣੀ ਕਿ ਉਸ ਤੋਂ ਵੀ ਜ਼ਿਆਦਾ ਹੋ ਗਈ। ਤਾਂ ਉਹ ਹਰ 15-20 ਚਾਹੇ ਮਹੀਨੇ ਬਾਅਦ ਮੈਨੂੰ ਆਪਰੇਸ਼ਨ ਕਰਵਾਉਣਾ ਪੈਂਦਾ ਸੀਗਾ। ਪੱਥ ਜਿਹੜੀ ਸੀਗੀ ਘਟਦੀ ਨਹੀਂ ਸੀਗੀ। कितनी बार ऑपरेशन हुआ आपकी रीढ़ की हड्डी 7 का? ਵਾਰ। 7 बार ऑपरेशन करवा चुके थे रीढ़ की हड्डी का? हाँ जी, हाँ जी। कितने कितने टाइम के बाद होता था ये? ਕਦੀ 15 ਦਿਨ ਬਾਅਦ ਵੀ ਹੋ ਜਾਂਦੀ ਸੀਗੀ ਪਾਸ, ਤਾਂ ਕਦੀ ਮਹੀਨੇ ਬਾਅਦ। ਜਦੋਂ ਵੀ ਪਾਸ ਹੁੰਦੀ ਸੀਗੀ ਮੈਨੂੰ ਆਪਰੇਟ ਕਰਵਾਉਣਾ ਹੀ ਪੈਂਦਾ ਸੀਗਾ। और 7 ऑपरेशन आप करवा चुके थे। हाँ जी। और फाइनली लास्ट में डॉक्टर ने क्या बताया कि इसका हल क्या है? ਜਦੋਂ ਮੈਂ ਡਾਕਟਰਾਂ ਨੂੰ ਲਾਸਟ ਤੇ ਪੁੱਛਿਆ ਕਿ ਮੈਂ ਮੈਡੀਸਿਨ ਇੰਨੀ ਖਾ ਲਈ ਆ, ਟੀਵੀ ਦੀ ਮੈਡੀਸਿਨ ਦਾ ਟਾਈਮ ਪੀਰੀਅਡ 9 ਮਹੀਨੇ ਦਾ, ਤਾਂ ਮੈਂ ਤਾਂ ਫਿਰ 2 ਸਾਲ ਖਾ ਲਈ ਆ, ਤਾਂ ਮੈਨੂੰ ਇਹਦਾ ਕੋਈ ਹੱਲ ਦੱਸ ਦਿਓ। ਉਹਨਾਂ ਨੇ ਵੀ ਲਾਸਟ ਟਾਈਮ ਬੋਲਿਆ ਕਿ ਤੂੰ ਜਿਹਨੂੰ ਮੰਨਦਾ ਉਹਦਾ ਹੀ ਨਾਂ ਲੈ ਵੀਰ, ਆਪਾਂ ਨਹੀਂ ਮੈਡੀਸਿਨ ਬੰਦ ਕਰ ਸਕਦੇ, ਕਿਉਂਕਿ ਜਿੰਨਾ ਤੱਕ ਤੈਨੂੰ ਪ੍ਰੋਬਲਮ ਆਪਾਂ ਤਾਂ ਮੈਡੀਸਿਨ ਦਾਂਗੇ ਹੀ। क्योंकि डॉक्टर ने बोला था कि आपकी जो डिस्क है वो पूरी तरह से गलनी शुरू हो चुकी है, वो चेंज करनी पड़ेगी। हाँ जी। और डॉक्टर ने बोला कि इसके बाद हम कोई ऑपरेशन नहीं कर पाएंगे अभी, हाँ जी। क्योंकि 7 ऑपरेशन हो चुके थे, आगे हाँ के ऑपरेशन बहुत रिस्की थे। हाँ जी। उसमें से आपकी जान भी जा सकती थी। हाँ जी। फिर क्या हुआ उस रोग के कारण? क्या क्या समस्या आपको रहनी शुरू हो चुकी थी? ਬਹੁਤ ਪ੍ਰੋਬਲਮ ਹੁੰਦੀਆਂ ਸੀਗੀਆਂ, ਨਾ ਤਾਂ ਖੜੇ ਹੋਏ ਜਾਣਾ, ਬਲਟ ਲੱਗੀ ਸਪਾਈਨ ਦੀ, ਉਹਦੇ ਨਾਲ ਹੀ ਬਹਿ ਕੇ ਖੜੇ ਹੋਣਾ ਤੇ ਉਹਦੇ ਨਾਲ ਹੀ ਬੈਠਣਾ ਖਾਣਾ ਬਹੁਤ ਔਖਾ ਸੀਗਾ। ਤਾਂ ਮੇਰੇ ਘਰਦਿਆਂ ਲਈ ਵੀ ਬਹੁਤ ਪ੍ਰੋਬਲਮ ਹੁੰਦੀ ਸੀਗੀ ਮੇਰੇ ਕਰਕੇ। ये आपके मदर आए आपके साथ में? ਹਾਂ ਜੀ, ਮੇਰੇ ਮੰਮੀ ਮੇਰੇ ही रिसीव ਕਰਦੇ ਰਹੇ ਸੀਗੇ ਮੇਰੇ ਲਈ। और जब आप इस रोग के नीचे थे तो आपके मदर आपके साथ थे उस समय? हाँ, मेरे मम्मी मेरे साथ ही रहते थे। आप खुद बताएं कि क्या क्या समस्या रहती थी आपके बेटे को? आप अपने आंखों के सामने अपने बेटे को बेड पे पड़ा देखते थे, क्या मन में आता था, क्या सोचते थे उस समय आप? ਬੜੀ ਮੁਸ਼ਕਲ ਹੁੰਦੀ ਸੀ ਮੈਨੂੰ, ਜਦੋਂ ਮੈਨੂੰ ਵੇਖਦੀ ਮੇਰਾ ਮਨ ਬੜਾ ਘਬਰਾਉਂਦਾ ਹੈ। ਫਿਰ ਇਹਦਾ ਬੱਚਾ ਵੀ ਸੀ, ਜਦੋਂ ਮੈਨੂੰ ਵੇਖਦੀ ਮੈਨੂੰ ਬੜੀ ਮੁਸ਼ਕਲ ਸੀ, ਪਰ ਫਿਰ ਮੈਂ ਇੱਥੇ ਚਰਚ ਆਈ। उस समय आप कितने डॉक्टर्स के पास इसे लेकर गए? ਹਾਂ, ਬੜੇ ਡਾਕਟਰ ਹੀ, ਮੈਂ ਚਰਚ ਵੀ ਬੜੇ गई, ਜਿੱਥੇ ਮੈਨੂੰ कहना ब्रदर पास्टर आप बताएं कि जब डॉक्टर के पास आपको लेके गए, 1 डॉक्टर, 2 डॉक्टर, 3 डॉक्टर, ऐसे करके कितने हॉस्पिटल डॉक्टर चेंज करके देख लिए थे? 10-12 ਡਾਕਟਰਾਂ ਨੂੰ ਦਿਖਾ ਦਿੱਤਾ ਸੀਗਾ ਤੇ ਚੰਡੀਗੜ੍ਹ PGI ਤੱਕ ਵੀ ਦਿਖਾ ਲਿਆ ਸੀਗਾ, ਤੇ ਫਿਰ ਵੀ ਉਹ ਵੀ ਗਾੜੀ ਟੈਸਟ ਲਿਖ ਦਿੰਦੇ ਸੀ
ਤੇ ਕਹਿ ਦਿੰਦੇ ਸੀ ਟੈਸਟਾਂ ਤੋਂ ਬਾਅਦ ਦੇਖਾਂਗੇ, ਲੇਕਿਨ ਪਸ ਦਾ ਕੋਈ ਵੀ हल नहीं ਹੁੰਦਾ। और डॉक्टर्स ने साफ बोल दिया था कि हमारी तरफ से जवाब है आपको, हाँ। इसका कोई इलाज हमारे पास नहीं है। ਹਾਂਜੀ ਕਹਿੰਦੇ ਪਸ ਦਾ ਕੋਈ ਇਲਾਜ ਨਹੀਂ ਆ, ਆਪਾਂ ਪਸ ਨੂੰ ਨਹੀਂ ਸਕਾ ਸਕਦੇ, ਦਵਾਈ ਵੀ ਤੂੰ ਖਾ ਕੇ ਦੇਖ ਲਈ ਆ, ਹੁਣ ਤਾਂ ਤੂੰ ਆਪਦੇ ਜਿਹਨੂੰ ਮੰਨਦਾ ਉਹਦਾ ਹੀ ਨਾਂ ਲੈ। और 8 से 10 जो डॉक्टर चेंज किए वो हड्डियों के खास स्पेशलिस्ट डॉक्टर थे वो। ਹਾਂਜੀ ਸਪੈਸ਼ਲਿਸਟ ਹੱਡੀਆਂ ਵਾਲਿਆਂ ਨੂੰ ਦਿਖਾ, ਸਪਾਈਨ ਦੇ ਸਪੈਸ਼ਲਿस्ट ਨੂੰ। और आप बेड के ऊपर थे, हाँ जी। फिर डॉक्टर ने उसके बाद आपकी रीढ़ की हड्डी के ऊपर एक स्पेशल डिजाइन करके एक शिकंजा आपको दिया। ਹਾਂਜੀ क्या करते थे उस शिकंजे को लगा के रखते थे, कैसे रहते थे उसके साथ? ਉਸਕੇ ਸਾਥ ਜਦੋਂ ਉੱਠਣਾ ਬੈਠਣਾ ਉਹਨੂੰ ਲਾ ਕੇ, ਜੇ ਖੜੇ ਹੋਣਾ ਤਾਂ ਉਹਨੂੰ ਲਾ ਕੇ, ਕਿਤੇ ਵੀ ਜਾਣਾ ਤਾਂ ਉਹਨੂੰ ਲਾਣਾ ਹੀ ਪੈਂਦਾ ਸੀਗਾ। ਤੇ ਉਹਨਾਂ ਨੇ ਮੇਰੇ ਜਾਨੀ ਕਿ ਪਸ ਮੇਰੇ ਇੰਨੀ ਜ਼ਿਆਦਾ ਹੈ ਕਿ ਪੱਕੀ ਡਰੇਨ ਲਾਤੀ ਸੀਗੀ। ਜਦੋਂ ਮੈਂ ਖਾਣਾ ਖਾਂਦਾ ਸੀਗਾ ਤਾਂ ਮੈਨੂੰ ਸਮੈਲ ਆਉਂਦੀ ਸੀਗੀ, ਉਹ ਪਸ ਦੇ ਕਰਕੇ ਮੈਨੂੰ ਉਹਦੇ ਨਾਲ ਪਾਈਪ ਲੱਗਾ ਸੀ, ਮੈਨੂੰ ਉਹਦੇ ਨਾਲ ਥੋੜੀ ਸ਼ਰਮ ਲੱਗਦੀ ਸੀ, ਮੈਂ ਅੰਦਰ ਬਾਹਰ ਵੀ ਨਹੀਂ ਆਉਂਦਾ ਕਿਉਂਕਿ ਮੈਨੂੰ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਕਿ ਮੇਰੇ ਪੱਕੀ ਪਾਈਪ ਲੱਗੀ ਆ। ਤੇ ਲਾਸਟ ਟਾਈਮ ਤਾਂ ਮੈਨੂੰ ਇਦਾਂ ਲੱਗਦਾ ਸੀਗਾ ਕਿ ਮੇਰੇ ਲਈ ਔਖਾ ਆ, ਸ਼ਾਇਦ ਪਤਾ ਨਹੀਂ ਹੁਣ ਔਖਾ ਠੀਕ ਹੋਣਾ ਚਾਹੇ ਨਹੀਂ ਹੋਣਾ, ਬੜੀਆਂ ਪਰੇਸ਼ਾਨੀਆਂ ਚੱਲੀਆਂ ਸੀਗੀਆਂ। ਮੈਂ कितना पैसा खर्च कर दिया था इलाज के ऊपर? ਅਨਲਿਮਟਿਡ ਪਤਾ ਹੀ ਨਹੀਂ ਸੀ ਲੱਗਦਾ ਪੈਸਾ ਕਿੱਦਾਂ ਲੱਗਦਾ ਕਿੱਦਾਂ ਨਹੀਂ, ਬਹੁਤ ਪਰੇਸ਼ਾਨ ਸੀਗਾ ਮੈਂ। ਲਾਸਟ ਟਾਈਮ ਤੇ ਕਹਿਤਾ ਕਿ ਮੇਰੇ ਜਿਹੜਾ ਮੇਰੇ ਹਿੱਸੇ ਜਗ੍ਹਾ ਆਂਦੀ ਆ ਉਹ ਵੀ ਵੇਚ ਕੇ ਮੇਰੇ ਤੇ ਲਾ ਦਿਓ, ਕਿਉਂਕਿ ਬਹੁਤ ਜ਼ਿਆਦਾ ਦੁਖੀ ਸੀਗਾ ਮੈਂ। ਮੇਰਾ ਬੱਚਾ ਛੋਟਾ ਸੀ, ਜਦੋਂ ਮੈਂ ਉਹਨੂੰ ਦੇਖਦਾ ਸੀ ਮੈਂ ਰੋਂਦਾ ਸੀ ਕਿ ਸ਼ਾਇਦ ਮੈਂ ਹੁਣ ਕੰਮ ਨਹੀਂ ਕਰ ਪਾਣਾ, ਕਿਉਂਕਿ ਉਹ ਮੈਨੂੰ ਕਹਿੰਦੇ ਸੀ ਤੂੰ ਝੁਕ ਨਹੀਂ ਸਕਦਾ, ਪੇਟ ਨਹੀਂ ਚੁੱਕ ਸਕਦਾ, ਬਹੁਤ ਔਖਾ ਸੀਗਾ ਮੈਂ। और आपके मदर भी आपको देख के रोते रहते थे? ਰੋਂਦੇ ਸੀ ਸਾਰੇ ਮੇਰੇ ਭੈਣ ਭਰਾ, ਮੈਨੂੰ ਦੇਖ ਕੇ ਰੋਂਦੇ ਸੀਗੇ ਮੰਜੇ ਤੇ, ਕਿਉਂਕਿ ਜਵਾਨ ਸੀਗਾ ਮੈਂ, ਤੇ ਜੰਗ ਸੀ, ਉਮਰ ਨਹੀਂ ਸੀਗੀ ਮੇਰੀ ਕਿ ਮੈਂ ਮੰਜੇ ਤੇ ਪੈ ਜਾ। ਬਹੁਤ ਪਰੇਸ਼ਾਨ ਹੁੰਦੇ ਸੀਗੇ ਵੀ ਮੇਰੇ ਕਰਕੇ। आप बताएं सिस्टर कि आप अपने बेटे को जब बेड के ऊपर पड़ा देखते थे जवानी के टाइम में कि वो इस रोग में पड़ा है और पता नहीं बचना कि नहीं बचना, मन में क्या आता था, क्या सोचते थे आप उस वक्त? फिर ਮੈਨੂੰ ਪ੍ਰਭੂ ਤੇ ਭਰੋਸਾ ਹੈ ਤੇ ਮੈਂ ਕਹਿੰਦੀ ਮੇਰਾ ਪ੍ਰਭੂ ਜਿਸ ਤਰ੍ਹਾਂ ਮੈਂ ਪ੍ਰਭੂ ਕੋ ਮੰਗੇ ਆ ਇਸ ਤਰ੍ਹਾਂ ਹੀ ਇਹਨੂੰ ਠੀਕ ਕਰੇਗਾ। ਤੇ ਮੈਂ ਜਿਸ ਤਰ੍ਹਾਂ ਇਹ ਮੰਜੇ ਤੇ ਪਿਆ ਮੈਂ ਇਸੇ ਪ੍ਰਭੂ ਨੂੰ ਮੈਂ ਕਹਿੰਦੀ ਹੁੰਦੀ ਪ੍ਰਭੂ ਇੰਜ ਦਾ ਹੀ ਮੈਨੂੰ ਮੇਰੀ ਅੱਖਾਂ ਸਾਹਮਣੇ ਕਰ ਦੇ, ਇਹਦਾ ਦੁੱਖ ਮੈਨੂੰ ਦੇ ਦੇ ਪਰ ਇਹਨੂੰ ਠੀਕ ਕਰ ਦੇ। ਫਿਰ ਮੈਂ ਇੱਥੇ ਖਾਂਬੜਾ ਚਰਚ ਜਦੋਂ ਪਹਿਲੀ ਵਾਰ ਆਈ, ਫਿਰ ਮੈਂ ਇੱਥੋਂ ਮਿੱਟੀ ਖੜੀ ਉੱਥੇ ਜਦੋਂ ਚਰਚ ਬਣ ਡਿਆ ਸੀ, ਉੱਥੋਂ ਮੈਂ ਪਿੱਲਰ ਲਾਗੋ ਇੰਨੀ ਕੁ ਮਿੱਟੀ ਖੜ ਕੇ ਫਿਰ ਮੈਂ ਉਹਨੂੰ ਤੇਲ 'ਚ ਮਿਲਾ ਕੇ ਉਹ ਇਹਦੀ ਪੈਪਾਂ 'ਤੇ ਲਾਉਂਦੀ ਰਹੀ। ਫਿਰ ਇਹ ਅੱਜ ਹੋਰ ਫਿਰ ਮੈਨੂੰ ਬੜੀ ਤਸੱਲੀ ਦੇਣੀ, ਮੈਂ ਕਹਿਣਾ ਬੱਬੂ ਤੂੰ ਉਂਝ ਦਾ ਹੀ ਮੇਰੇ ਸਾਹਮਣੇ ਹੋਏਗਾ, ਤੂੰ ਘਬਰਾਉਣਾ ਨਹੀਂ, ਮੈਂ ਤੇਰੇ ਨਾਲ ਆ, ਮੈਂ ਤੇਰੇ ਲਈ ਪ੍ਰੇ ਕਰਨੀ ਆ, ਮੈਂ ਤੇ ਰੋਜ਼ੇ ਰੱਖਣੀ ਆ, ਤੂੰ ਠੀਕ ਹੋ। ਤੇ ਅਸੀਂ ਪ੍ਰਭੂ ਦੇ ਘਰ ਜਾ ਕੇ ਗਵਾਹੀ ਦਵਾਂਗੇ। और जब उसके बाद ये लगातार विश्वास में बढ़ते गए, मसीह में बढ़ते गए, 27 जून 2021 को संडे मीटिंग में परमेश्वर के दास ने जब हीलिंग के लिए, चंगाई के लिए खास प्रार्थना की, तो इन्होंने उस प्रेयर को पूरे विश्वास के साथ अपने लिए रिसीव किया। आइए हम अपनी टीवी स्क्रीन के ऊपर पहले उस सामर्थ्य प्रार्थना को देखते हैं। मेरे कल्स को देख रहा हूं आपके परिवारों के अंदर, मेरे कल्स को देख रहा हूं आपके परिवारों के अंदर, मेरे कल्स को देख रहा हूं आपके बच्चों के ऊपर, मेरे कल्स को देख रहा हूं उनकी हड्डियों के ऊपर, मेरे कल्स को देख रहा हूं यीशु मसीह के नाम से उनकी हड्डियों के ऊपर जो चल नहीं सकते। मेरे कल्स की घोषणा करता हूं, मेरे कल्स की यीशु मसीह के नाम में, राइज अप एंड वॉक, उठो और चलो यीशु मसीह के नाम से, और चलाओ बच्चों को, चलाओ पेशेंट्स को, चलाओ जो शिकंजों के सारे, चलाओ जो कुर्सियों के सारे, चलाओ जो व्हील चेयर पे। बी हील्ड इन जीसस नेम। तारीफ करें पहले परमेश्वर का, थैंक्स करें जोर से। और जब परमेश्वर के दास ने ये हीलिंग प्रे की, उस समय ये भाई बेड के ऊपर थे और इनकी रीढ़ की हड्डी के ऊपर स्पेशल डिजाइंड जो शिकंजा डॉक्टर ने दिया हुआ था उसको इन्होंने लगा के रखा था। उसकी फोटो को आप देख सकते हैं। और ये हमेशा आप लगा कर रखते थे आपकी रीढ़ की हड्डी के ऊपर, और इसको लगाने के बावजूद, इसको जब लगा के रखते थे तो उसके बाद भी इनसे कुछ भी काम नहीं होता था, उठा बैठा नहीं जाता था, इनकी कंडीशन बहुत ज्यादा खराब होती जा रही थी। लेकिन जिस दिन परमेश्वर के दास ने प्रार्थना की, उस समय क्या हुआ आपके जीवन में, वो बताइए। उस समय ठीक होता रहा, तो अभी ठीक हूँ बिल्कुल। अभी मैं बाहर भी गया था फौरन दुबई से, खाली वहां से कैंसिल आया हूँ, लेकिन मुझे पता है कि मैं क्यों कैंसिल आया हूँ, खाली गवाही देने के लिए ही कैंसिल आया हूँ वहां से, क्योंकि मुझे विश्वास था, मैंने यहाँ पे गवाही नहीं दी
इसलिए वो मुझे कैंसिल कर रहे हैं, क्योंकि परमेश्वर भी चाहता था मैं जहाँ पे गवाही दूं, और गवाही के लिए परमेश्वर ने मुझे यहाँ खड़ा किया है। तारीफ करे पहले और जोर मैं से, फिर जोर से। दोबारा वापस वही जा रहा हूँ। सब परमेश्वर के नाम को महिमा दे जोर से। इस फीलिंग के लिए, इस बड़ी जगह के लिए परमेश्वर की तारीफ करें। और अभी आप कितने समय से आप बिल्कुल ठीक है? अभी बिल्कुल ठीक हूँ, और मैं फिर दुबई वापस जा रहा हूँ, और वहां से कितने, कैंसिल आके भी वहां ही जा रहा हूँ। अभी कितना समय हो चुका कि आप बिल्कुल ठीक है उस बीमारी से? अभी मेरे को दो ढाई साल हो चुके हैं, बिल्कुल ठीक हूँ। कभी उस शिकंजे की जरूरत नहीं पड़ी? कभी भी नहीं। कोई टीबी का रोग नहीं खाली है? गवाही के लिए घर पे रखा था कि गवाही देनी है तो इसे रखना है, नहीं तो फेंक देना है। अभी जाके उसे फेंक दूंगा। तारीफ करें, खड़े होके परमेश्वर की तारीफ करें। इस बड़ी गवाही के लिए हालेलुया, नाचते हुए, झूमते हुए उसकी तारीफ करें, अपने हाथों को हिलाते हुए। हालेलुया। थैंक यू जीसस बोले और ऊंची आवाज में तारीफ करें परमेश्वर की इस बड़ी हीलिंग के लिए, बड़ी गवाही के लिए परमेश्वर का थैंक्स करें। वो परमेश्वर जिसने 4 दिन के मरे लाजर को जीवित किया, वो आज भी मुर्दों को जीवित करने की सामर्थ रखता है। वो आज भी लकड़ों को चलाने की सामर्थ रखता है। एक बार जोर से परमेश्वर के जीवित नामों के लिए उसके नाम को धन्य करें, उसके नाम की तारीफ करें, उसकी प्रशंसा करें, क्योंकि हमारा परमेश्वर जीवित परमेश्वर है। वो आज भी हील करता है, वो आज भी चंगा करता है। एक बार थैंक यू जीसस बोले ऊंची आवाज में, और सब जीवित परमेश्वर के नाम को महिमा दें।